किसान ही किसान हमायती आ, कोई पार्टी किसान हमायती नहीं दिख रही। रात 12-1 ਵਜੇ ਦੇ ਆਏ ਹੋਏ ਆ, ਸਜਦਾ ਕਰਦੇ ਆ ਇਹਨਾਂ ਨੂੰ। ਅਸੀਂ ਕਿਹੜਾ ਟਰਾਲੀਆਂ ਤੇ ਟਰੱਕਾਂ ਤੇ ਭਰ ਕੇ ਲੈ ਕੇ ਆਏ ਆ, ਅਸੀਂ ਕਿਹੜਾ ਇਹਨਾਂ ਨੂੰ ਪੇੜ ਲੈ ਕੇ ਆਏ ਆ। ਮੇਰੇ ਨਾਲ ਕਰੋ 3 ਸਾਲਾਂ ਦਾ ਕੰਟਰੈਕਟ, ਲੈ 3 ਸਾਲ ਤਾਂ ਫਸ ਗਿਆ ਕਿਸਾਨ। ਸੋ ਇਹ ਲੜਾਈ ਪਹਿਲੀ ਹੈ, ਆਪਾਂ ਇਹਨੂੰ ਜਿੱਤਣੀ ਹੈ, ਬਾਕੀ ਸਾਰੀਆਂ ਲੜਾਈਆਂ ਬਾਅਦੋਂ ਨੇ। ਇਹਨੂੰ ਵਿਧਾਨ ਸਭਾ ਦੇ ਵਿੱਚ ਵਾੜ ਦਈਏ ਜਾ ਕੇ, ਫੇਰ ਪਤਾ ਲੱਗਣਾ ਹੈ। ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਸਿੱਧੂ ਸਾਹਿਬ ਨੂੰ, ਜੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਦੀ ਹੈ, ਅੱਜ ਪੰਜਾਬ ਦੀ ਜਵਾਨੀ ਦੇ ਮੂਹਰੇ ਲੱਗੋ ਸਰ। ਅੱਜ ਲੋੜ ਹੈ, ਅੱਜ ਇਤਿਹਾਸ ਤੁਹਾਨੂੰ ਯਾਦ ਰੱਖੂਗਾ। ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਵਿਰੋਧ ਪੰਜਾਬ ਹਰਿਆਣਾ ਬਾਰਡਰ ਤੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਹੈ ਉਹ ਪਹੁੰਚ ਚੁੱਕੀਆਂ ਹੈ ਤੇ ਇੱਥੋਂ ਹਰਿਆਣੇ ਤੇ ਕੂਚ ਕਰ ਰਹੀਆਂ ਨੇ। ਪੰਜਾਬ ਬਾਰਡਰ ਤੋਂ ਕਿਸਾਨ ਅਲੱਗ-ਅਲੱਗ ਜਥੇਬੰਦੀਆਂ ਦੇ ਇੱਥੇ ਪਹੁੰਚੇ ਹੋਏ ਨੇ। ਵੱਖ-ਵੱਖ ਵਰਗ ਦੇ ਲੋਕ ਦੀਪ ਸਿੱਧੂ ਨਾਲ ਨੇ। ਦੀਪ ਸਿੱਧੂ ਸਾਹਿਬ, ਸਾਰਾ ਦੇਸ਼ ਮਾਰਕੀਟ ਆ ਤਾਂ ਤੁਹਾਡੇ ਕੋਲੇ ਫਿਰ MSP ਕਿੱਥੋਂ ਰਹੀ? ਔਰ ਜਦੋਂ ਪ੍ਰਾਈਵੇਟ ਪਲੇਅਰ ਆ ਗਏ, APMC ਨੇ ਤਾਂ ਆਪੇ ਖਤਮ ਹੋ ਜਾਣਾ ਮਾਰਕੀਟ ਸਪੇਸ ਨੇ। ਸਿੱਧੂ ਭਾਈ, ਸਿਆਸਤ ਰਣਨੀਤੀ ਅਸੀਂ ਕੰਟੀਨਿਊ ਸਿੱਧੂ ਭਾਈ ਸਿਆਸਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕਿੱਥੋਂ ਜੀ? ਇੱਥੇ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਥੇ ਬਹਿ ਜਾਓ ਬਾਈ, ਬਹਿ ਜਾਓ ਇੱਥੇ ਸਿੱਧੂ ਭਾਈ, ਬਹਿ ਜਾਓ। ਦੀਪ ਸਿੱਧੂ ਨਾਲ ਨੇ ਗੱਲਬਾਤ ਕਰਨੀ। ਸਿੱਧੂ ਸਾਹਿਬ, ਸਿਆਸਤ ਹੋ ਰਹੀ ਹੈ, ਵੱਖ-ਵੱਖ ਜਥੇਬੰਦੀਆਂ ਸਿਆਸਤ ਕਰ ਰਹੀ ਹੈ। ਸਿਆਸਤ ਨੂੰ ਕਿਵੇਂ ਦੇਖਦੇ ਹੋ? ਜੋ ਸਿਆਸਤ ਹੋ ਰਹੀ ਹੈ ਅਕਾਲੀ ਦਲ ਦੀ, ਕਾਂਗਰਸ ਦੀ, ਕਿਵੇਂ ਦੇਖਦੇ ਹੋ? ਕਿਸ ਦਾ ਅਹਿਮ ਰੋਲ ਹੈ ਇਸ ਦੇ ਅੰਦਰ? ਕਿਹਨੂੰ ਲੱਗਦਾ ਕਿ ਕੌਣ, ਕਿਹੜੀ ਪਾਰਟੀ ਕਿਸਾਨ ਹਮਾਇਤੀ ਹੈ? ਭਾਈ ਆਏ ਆ, ਕਿਸਾਨ ਹੀ ਕਿਸਾਨ ਹਮਾਇਤੀ ਆ, ਕੋਈ ਪਾਰਟੀ ਕਿਸਾਨ ਹਮਾਇਤੀ ਨਹੀਂ ਦਿਖ ਰਹੀ। ਸੋ ਜਿਹੜੇ ਬੰਦੇ ਸਿਆਸਤ ਕਰ ਰਹੇ ਆ, ਰਾਜਨੀਤਿਕਰਨ ਕਰ ਰਹੇ ਆ, ਉਹਨਾਂ ਨੂੰ ਸਾਡੀ ਅਰਦਾਸ ਆ, ਇਸ ਮੂਵਮੈਂਟ ਦਾ ਰਾਜਨੀਤਿਕਰਨ ਨਾ ਕਰੋ, ਕਿਉਂਕਿ ਇੱਕ ਰੈਵੋਲੂਸ਼ਨ ਆ ਸਕਦਾ, ਸਰਕਾਰਾਂ ਝੁਕ ਸਕਦੀਆਂ ਜੇ ਤੁਸੀਂ ਵੀ ਨਾਲ ਲਾਮਬੰਦ ਹੋ ਜਾਓ, ਜੁੜ ਜਾਓ। ਆਪਦੇ ਨਿੱਜੀ ਹਿੱਤ ਜਾਂ ਵੋਟਾਂ ਦੀ ਗਿਣਤੀ ਨੂੰ ਦੇਖਣਾ ਬੰਦ ਕਰ ਦਿਓ। ਸਾਡੀ ਅਰਦਾਸ ਆ ਉਹਨਾਂ ਨੂੰ, ਅਸੀਂ ਉਹਨਾਂ ਨੂੰ ਕਹਿੰਦੇ ਆ ਆਓ ਜੁੜੋ। ਆ ਦੇਖੋ ਨੌਜਵਾਨ ਰਾਤ 12-1 ਵਜੇ ਦੇ ਆਏ ਹੋਏ ਆ, ਸਜਦਾ ਕਰਦੇ ਆ ਇਹਨਾਂ ਨੂੰ। ਅਸੀਂ ਕਿਹੜਾ ਟਰਾਲੀਆਂ ਤੇ ਟਰੱਕਾਂ ਤੇ ਭਰ ਕੇ ਲੈ ਕੇ ਆਏ ਆ, ਅਸੀਂ ਕਿਹੜਾ ਇਹਨਾਂ ਨੂੰ ਪੇੜ ਲੈ ਕੇ ਆਏ ਆ। ਸਾਡੇ ਕੋਲ ਕੀ ਆ ਇਹਨਾਂ ਨੂੰ ਦੇਣ ਨੂੰ? ਪਰ ਗੱਲ ਆਏ ਆ ਵੀ ਜਦੋਂ ਤੱਕ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਸਰਕਾਰ ਕਿਵੇਂ ਕੰਮ ਕਰਦੀ ਹੈ ਜਾਂ ਪੰਜਾਬੀਆਂ ਦੀ ਹੋਂਦ ਨੂੰ ਕਿਉਂ ਖਤਰਾ, ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਆ। ਇਸ ਕਰਕੇ ਅੱਜ ਜਿਹੜਾ ਨੌਜਵਾਨ ਆ, ਕਿਉਂਕਿ ਇਹਨਾਂ ਨੂੰ ਵੰਗਾਰਨ ਦੀ ਜ਼ਰੂਰਤ ਸੀ। ਆ ਜਵਾਨੀ ਦੇਖੋ ਬਾਈ, ਇਹ ਆ ਹਿੰਮਤ ਸਾਡੇ 'ਚ, ਇਹ ਚਿਣਗਾ ਸਾਡੇ 'ਚ। ਅਸੀਂ ਸਰਕਾਰਾਂ ਨੂੰ ਮਜਬੂਰ ਕਰ ਸਕਦੇ ਹਾਂ, ਪਰ ਲਾਮਬੰਦ ਹੋਣਾ ਪਊਗਾ, ਇੱਕ ਹੋਣਾ ਪਊਗਾ। ਇਸ ਕਰਕੇ ਆਪਸੀ ਰੰਜਿਸ਼ਾਂ, ਜੇ ਕੋਈ ਆਪਸੀ ਸਾਡੇ 'ਚ ਇਹ ਆ ਵੀ ਸ਼ਰੀਕਾ ਕਬੀਲਾ, ਉਹਨੂੰ ਭੁੱਲ ਕੇ ਤੇ ਇੱਕ ਤਰੀਕੇ ਸਲੀਕੇ ਨਾਲ ਬਹੁਤ ਹੀ ਇੱਕ ਡੈਮੋਕ੍ਰੇਟਿਕ ਵੇ ਦੇ ਨਾਲ, ਹਾਲਾਂਕਿ ਡੈਮੋਕ੍ਰੇਸੀ ਦਾ ਮੀਨਿੰਗ ਸਰਕਾਰ ਨਹੀਂ ਸਮਝਦੀ, ਉਹ ਫੈਡਰਲਿਜ਼ਮ ਦਾ ਮੀਨਿੰਗ ਵੀ ਨਹੀਂ ਸਮਝਦੀ, ਉਹ ਸੈਕੂਲਰਿਜ਼ਮ ਦਾ ਮੀਨਿੰਗ ਵੀ ਨਹੀਂ ਸਮਝਦੀ। ਇਹ ਮਤਲਬ ਹੀ ਰਹਿ ਗਏ ਆ ਸਿਰਫ ਉਹਨਾਂ ਲਈ। ਪਰ ਅਸੀਂ ਸਮਝਦੇ ਹਾਂ, ਅਸੀਂ ਇਹ ਵੀ ਸਮਝਦੇ ਹਾਂ ਵੀ ਜੇ ਤੁਸੀਂ ਇੱਕ ਸਟੇਟ ਸਬਜੈਕਟ ਜਿਹੜਾ ਐਗਰੀਕਲਚਰ ਆ, ਉਹਨੂੰ ਸੈਂਟਰ ਦੇ ਹੱਲ ਕਰ ਰਿਹਾ, ਸੈਂਟਰ ਉਹਦੇ ਤੇ ਨੀਤੀਆਂ ਬਣਾ ਰਿਹਾ, ਤਾਂ ਇਹ ਫੈਡਰਲਿਜ਼ਮ ਦੇ ਬੇਸਿਕ ਪ੍ਰਿੰਸੀਪਲ ਦੇ ਅਗੇਂਸਟ ਆ। ਜਿਹੜਾ ਵਿਤਕਰਾ ਹੈ, ਤੁਸੀਂ ਦਿੱਲੀ ਜਾਓਗੇ, ਤੁਹਾਡਾ ਅੱਜ ਦਾ ਪਲਾਨ ਕੀ ਕਿ ਦਿੱਲੀ ਪਹਿਲਾਂ? ਅਸੀਂ ਦਿੱਲੀ ਵਾਲਿਆਂ ਨੂੰ ਵੜਨ ਨਹੀਂ ਦੇਣਾ। ਅਸੀਂ ਪੰਜਾਬ ਕਰਤਾ ਜਾਮ, ਇੱਥੋਂ ਪੰਜਾਬ ਕਰਤਾ ਬੰਦ। ਨੈਸ਼ਨਲ ਹਾਈਵੇ ਆ, ਅੱਜ ਤੱਕ ਬੰਦ ਨਹੀਂ ਹੋਇਆ। ਅਸੀਂ ਲੈ ਲਿਆ ਹੁਣ ਸਿੱਧਾ ਪੰਗਾ। ਹੁਣ ਜੇ ਗੱਲ ਕਰਨੀ ਆ ਤਾਂ ਇੱਥੇ ਆਓ। ਅਕਾਲੀ ਦਲ ਵੀ ਕਹਿ ਰਿਹਾ ਚੱਕਾ ਜਾਮ, ਅਕਾਲੀ ਦਲ ਨੇ ਵੀ ਕਿਹਾ ਚੱਕਾ ਜਾਮ ਕਰੂੰਗੇ। ਉਹ ਚੱਕਾ ਜਾਮ ਜੇ ਤੁਸੀਂ ਬਠਿੰਡੇ, ਫਰੀਦਕੋਟ, ਪਟਿਆਲੇ ਬਹਿ ਕੇ ਕਰੋਗੇ ਕੀ ਫਾਇਦਾ? ਗੱਲ ਤਾਂ ਅਸਲ ਇਹ ਆ। ਹੱਲ ਕੀ ਹੈ ਤੁਹਾਡੇ ਅਕੋਰਡਿੰਗ? ਕਿਆ ਹੱਲ ਹੈ? ਕਿ ਇਸ ਤੋਂ ਬਾਅਦ ਬੰਦ ਕਰਨਾ ਹੀ ਹੱਲ ਤਾਂ ਸੰਵਾਦ ਚੋਂ ਹੀ ਨਿਕਲਣਾ। ਤੁਸੀਂ ਉਹਨਾਂ ਲਈ ਕੋਈ ਪੋਲੀਟੀਕਲ ਮਜਬੂਰੀ ਖੜੀ ਕਰੋ ਤਾਂ ਕਿ ਤੁਹਾਡੇ ਨਾਲ ਉਹ ਆ ਕੇ ਗੱਲ ਕਰਨ, ਕਿਸਾਨਾਂ ਨਾਲ ਆ ਕੇ ਗੱਲ ਕਰਨ, ਕਿਸਾਨਾਂ ਦੀ ਗੱਲ ਸੁਣਨ। ਤੁਸੀਂ ਪਾਰਲੀਮੈਂਟ 'ਚ ਬੈਠ ਕੇ ਕਾਨੂੰਨ ਘੜੀ ਜਾਂਦੇ ਹੋ, ਕਿਸਾਨਾਂ ਦੀ ਗੱਲ ਨਹੀਂ ਸੁਣਦੇ। ਸੋ ਇਹ ਸਾਰਿਆਂ ਨਾਲ ਹੀ ਹੁੰਦਾ, ਹਰ ਮਸਲੇ ਤੇ ਹੁੰਦਾ। ਤੁਸੀਂ ਦੇਖ ਲਓ ਐਸੈਂਸ਼ੀਅਲ ਕਮੋਡਿਟੀ ਐਕਟ 'ਚ ਵਪਾਰੀਆਂ ਨੂੰ ਭੰਡਾਰੀ ਕਰਨ ਦੀ ਆਗਿਆ ਦਿੱਤੀ। ਇਹ ਤਾਂ ਯਾਰ ਅੱਜ ਕਿਸਾਨ ਥੋੜ੍ਹੀ ਸਟੋਰ ਕਰ ਸਕਦਾ, ਕਿਸਾਨ ਕੋਲੇ ਇੰਨੀ ਹਿੰਮਤ ਨਹੀਂ ਹੁੰਦੀ। ਉਹਨੇ ਤਾਂ ਫਸਲ ਜਿਉਂ ਉਹਨੂੰ ਕਣਕ ਜਾਂ ਝੋਨਾ ਖੇਤ 'ਚੋਂ ਚੱਕੀ ਤੇ ਨਾਲ ਦੀ ਨਾਲ ਉਹਨੇ ਵੇਚ ਕੇ ਪੈਸੇ ਚਾਹੀਦੇ ਆ, ਉਹਦੇ ਤਾਂ ਖਰਚੇ ਖੜੇ ਆ, ਕੁਛ ਕਰਜ਼ਾ ਦੇਣਾ, ਕੁਛ ਊਂ ਖਰਚੇ ਖੜੇ ਆ। ਤਾਂ ਸਾਡੇ ਕੋਲੇ ਤਾਂ ਜ਼ਰੂਰਤਾਂ ਹੀ ਸਾਨੂੰ ਮਾਰੀ ਰੱਖਦੀਆਂ।
ਹੁਣ ਭੰਡਾਰੀਕਰਨ ਤਾਂ ਜਿਹੜਾ ਕਰ ਸਕਦਾ ਉਹ ਕਾਰਪੋਰੇਟ ਕਰ ਸਕਦਾ। ਸੋ ਇੱਕ ਸਰਕਾਰ ਦੀ ਕਨਸਪੀਰੇਸੀ ਥਿਊਰੀ ਸਮਝਣ ਦੀ ਬਹੁਤ ਜ਼ਰੂਰਤ ਆ that every policy, especially in Indian democracy today, you know, it's world over, but in Indian democracy every policy is made for corporate objective. So this is a conspiracy theory. ਇਹਦੇ ਪਿੱਛੇ ਸਾਨੂੰ ਦੇਖਣਾ ਪਊਗਾ। ਹੁਣ ਸਰਕਾਰ ਸਮਝਦੀ ਸੀ ਕੀ ਕਰਦੀ ਹੈ ਸਰਕਾਰ, ਉਹਨਾਂ ਨੇ ਆਪਦੇ ਆਪ ਨੂੰ ਪ੍ਰੋ ਫਾਰਮਰਸ ਦਿਖਾਉਣਾ ਹੁੰਦਾ ਹਨਾ। ਉਹ ਕਹਿੰਦੇ ਦੇਖੋ MSP ਵੀ ਹੈਗੀ, ਦੇਖੋ APMCs ਵੀ ਹੈਗੀਆਂ, ਤੁਸੀਂ ਉੱਥੇ ਵੀ ਵੇਚ ਲਓ, ਉੱਥੇ ਵੀ ਵੇਚ ਲਓ। ਪਰ ਸਾਨੂੰ ਪਤਾ ਜਿਹੜੇ ਪੂੰਜੀਵਾਦ ਆ ਜਾਂ ਮਾਰਕੀਟਿੰਗ ਸਟ੍ਰੈਟਜੀ ਉਹਨਾਂ ਦੀ ਕੀ ਆ, ਉਹਨਾਂ ਦਾ ਕੰਮ ਕਰਨ ਦਾ ਢੰਗ ਕੀ ਆ, ਉਹਨਾਂ ਨੇ ਲਿਓਰ ਜਾਂ ਕਿਸਾਨ ਨੂੰ ਆਪਦੇ ਵੱਲ ਕਿਵੇਂ ਖਿੱਚਣਾ। ਉਹ ਕਹਿਣਗੇ ਤੁਹਾਨੂੰ ਜ਼ਮੀਨ ਤੁਹਾਡੇ ਖੇਤ 'ਚੋਂ ਹੀ ਚੱਕਦੇ ਆ, ਤੁਹਾਨੂੰ ਮੁੜ ਕੇ ਨਾ ਆੜ੍ਹਤੀਏ ਨੂੰ ਕਮਿਸ਼ਨ ਦੇਣ ਦੀ ਜ਼ਰੂਰਤ ਆ, ਮੇਰੇ ਨਾਲ ਕਰੋ 3 ਸਾਲਾਂ ਦਾ ਕੰਟਰੈਕਟ। ਲੈ 3 ਸਾਲ ਤਾਂ ਫਸ ਗਿਆ ਕਿਸਾਨ, 5 ਸਾਲ ਫਸ ਗਿਆ ਕੋਈ, ਉਸ ਤੋਂ ਬਾਅਦ ਅਗਲੇ ਕਹਿਣਗੇ ਵੀ ਜੀ ਅਸੀਂ ਤਾਂ ਇੰਨੀ ਫਸਲ। ਉਹਨਾਂ ਨੇ ਫਸਲਾਂ ਦੇ ਮੁੱਲ ਵੀ ਮਾਰਕੀਟ ਜਿਹੜਾ ਕਮੋਡਿਟੀ ਮਾਰਕੀਟ ਆ ਉੱਥੇ ਕੰਟਰੋਲ ਕਰਨੇ ਆ, ਕਿਉਂਕਿ ਉੱਥੇ ਗੱਲ ਇਹ ਆ ਵੀ ਉੱਥੇ ਸਪੈਕੂਲੇਸ਼ਨ ਕਰਨੀ ਆ ਉਹਨਾਂ ਨੇ, ਫਸਲਾਂ ਦੇ ਮੁੱਲ ਵੀ ਕੰਟਰੋਲ ਕਰਨਗੇ। ਤਾਂ ਪੂੰਜੀਵਾਦ ਨੇ ਮੁਨਾਫਾ ਦੇਖਣਾ। ਹਾਂਜੀ, ਕਹਿ ਰਹੇ ਆ ਬਾਰ-ਬਾਰ ਕਿ ਬਸ ਉਹ ਭਰੋਸਾ ਅਸੀਂ ਕਿਸਾਨਾਂ ਨੂੰ ਦੇ ਰਹੇ ਹਾਂ, ਐਵੇਂ ਨਹੀਂ ਹੋਏਗਾ, MSP ਜਿਹੜੀ ਉਹ ਨਹੀਂ ਖਤਮ ਕੀਤੀ ਜਾਏਗੀ। ਕੇਂਦਰੀ ਮੰਤਰੀ ਦਾ ਵੀ ਬਿਆਨ ਆਇਆ, ਹੁਣ ਕੇਵਲ ਤੇ ਕੇਵਲ ਸਿਗਨੇਚਰ ਹੋਣੇ ਰਹਿੰਦੇ ਆ। ਭਾਈ ਜੀ ਮੈਂ ਇੱਕ ਗੱਲ ਤੁਹਾਨੂੰ ਦੱਸਦਾ, MSP ਆਪੇ ਹੀ ਖਤਮ ਹੋ ਗਈ, ਜਾਂ ਤਾਂ ਫਿਰ ਕਾਨੂੰਨ ਬਣਾ ਦਿਓ ਨਾ ਵੀ ਜੇ ਕਾਰਪੋਰੇਟ ਜਿਹੜਾ MSP ਤੋਂ ਘੱਟ ਮੁੱਲ ਤੇ ਲਊਗਾ ਉਹ ਕ੍ਰਾਈਮ ਬਣਾ ਦਿਓ। ਫਿਰ ਜੇ ਸਾਨੂੰ ਭਰੋਸਾ ਦੇਣਾ ਤਾਂ ਅਸਲ ਭਰੋਸਾ ਦਿਓ, ਤੁਸੀਂ ਕਾਨੂੰਨ ਬਣਾ ਨਹੀਂ ਰਹੇ। ਠੀਕ ਆ, ਹੁਣ ਕਾਰਪੋਰੇਟ ਤੁਹਾਨੂੰ ਕਿਵੇਂ ਬਰਬਾਦ ਕਰਦਾ, ਉਹਨੇ ਤੁਹਾਨੂੰ 100 ਰੁਪਿਆ ਹੋ ਸਕਦਾ ਫॉर ਟਾਈਮ ਬਿੰਗ ਵੱਧ ਵੀ ਦੇ ਦੇਣਾ MSP ਤੋਂ, ਪਰ ਉਹਨੇ ਤੁਹਾਨੂੰ ਉਸ ਤੋਂ ਬਾਅਦ ਈਜ਼ੀ ਕ੍ਰੈਡਿਟ ਵੀ ਦੇਣਾ ਸ਼ੁਰੂ ਕਰ ਦੇਣਾ। ਕਿਸਾਨਾਂ ਨੂੰ ਤਾਂ ਪੈਸੇ ਚਾਹੀਦੇ, ਆੜ੍ਹਤੀਆ ਦਿੰਦਾ ਪਹਿਲਾਂ, ਹੁਣ ਕਾਰਪੋਰੇਟ ਸੈਕਟਰ ਦੇਊਗਾ। ਉਹ ਕਹਿਣਗੇ ਚੱਕੋ ਟਰੈਕਟਰਾਂ ਦੇ ਪੈਸੇ, ਚੱਕੋ ਤੁਸੀਂ ਆਪਦੇ ਵਿਆਹਾਂ ਤੇ ਪੈਸੇ ਜਿਹੜੇ ਲਾਉਣੇ ਆ ਉਹ ਪੈਸੇ। ਕਾਰਪੋਰੇਟ ਨੇ ਆਪਦੇ ਚੁੰਗਲ 'ਚ ਤੁਹਾਨੂੰ ਉਹਦੇ 'ਚ ਗਲਬਾ ਕਿਵੇਂ ਕ੍ਰੀਏਟ ਕਰਨਾ ਹੈ ਕਾਰਪੋਰੇਟ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ। ਅਸੀਂ ਹੈਲਥ 'ਚ ਦੇਖ ਲਿਆ, ਅਸੀਂ ਐਜੂਕੇਸ਼ਨ 'ਚ ਦੇਖ ਲਿਆ, ਉਹਨਾਂ ਨੇ ਆਪਦਾ ਗਲਬਾ ਕਿਵੇਂ ਕੀਤਾ, ਅਸੀਂ ਐਂਟਰਟੇਨਮੈਂਟ 'ਚ ਦੇਖ ਲਿਆ, ਅਸੀਂ ਇਨਫਰਾਸਟ੍ਰਕਚਰ 'ਚ ਦੇਖ ਲਿਆ। ਠੀਕ ਆ, ਹੁਣ ਤੁਸੀਂ ਇਹ ਦੇਖੋ ਵੀ ਕਿਸਾਨਾਂ ਕੋਲੇ ਉਨੀ ਅਵੇਅਰਨੈਸ ਨਹੀਂ ਆ। ਜਦੋਂ ਕਿਸਾਨਾਂ ਨੂੰ ਈਜ਼ੀ ਕ੍ਰੈਡਿਟ ਮਿਲਣ ਲੱਗ ਗਿਆ, ਕਿਸਾਨਾਂ ਨੂੰ ਕੰਟਰੈਕਟ 'ਚ ਉਹਨਾਂ ਨੇ ਉਲਝਾਉਣ ਲੱਗ ਗਏ, ਕਿਸਾਨਾਂ ਨੂੰ ਉਦੋਂ ਬਾਹਰ ਨਿਕਲ ਹੀ ਨਹੀਂ ਸਕਣਗੇ। ਹੁਣ ਆਪੇ ਹੀ APMCs ਜਿਹੜੀਆਂ ਮਾਰਕੀਟ ਪਲੇਸ ਆ ਉਹਨਾਂ ਨੂੰ ਉਹ ਖਤਮ ਹੋ ਗਈਆਂ, ਆਪੇ ਹੀ MSP ਖਤਮ ਹੋ ਗਈ। ਸਾਲ 1.5 ਸਾਲ ਨੂੰ ਇਹ ਵਰਤਾਰਾ ਵਾਪਣਾ, ਅੱਜ ਇਹ ਕਹਿ ਦੇਣਗੇ ਲੈ ਲਓ, ਸਾਲ ਬਾਅਦ ਕਿਸੇ ਨੇ ਨਹੀਂ ਜਾਣਾ ਫਸਲ ਸਿੱਟਣ ਉੱਥੇ ਮੰਡੀਆਂ 'ਚ, ਕਿਉਂਕਿ ਇਹ ਕਾਰਪੋਰੇਟ ਚੱਕਣਗੇ। ਹੌਲੀ ਹੌਲੀ ਤੁਹਾਡਾ ਢਾਂਚਾ ਇੰਨਾ ਹਿਲਾ ਦੇਣਗੇ ਵੀ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਵੀ ਵਾਂਝਾ ਕਰ ਦੇਣਗੇ, ਤੁਹਾਨੂੰ ਤੁਹਾਡੇ ਹੱਕਾਂ ਤੋਂ ਵਾਂਝਾ ਕਰ ਦੇਣਗੇ। ਤੇ ਜੇ ਪੰਜਾਬ ਦੇ ਕਿਸਾਨ ਨੂੰ ਜ਼ਮੀਨ ਤੋਂ ਖੋਰਤਾ, ਫਿਰ ਪੱਲੇ ਕੀ ਰਹਿ ਗਿਆ ਉਹਨਾਂ ਦੇ। ਸਿੱਧੂ ਸਾਹਿਬ ਹਰ ਕੋਈ ਵਰਗ ਦਾ ਨਾਲ ਆ ਰਿਹਾ ਹੈ, ਕਿਆ ਇਹ ਐਜੀਟੇਸ਼ਨ ਕਿੱਥੇ ਤੱਕ ਜਾਏਗੀ? ਜੇ ਅੱਗੇ ਸਿਗਨੇਚਰ ਹੋ ਜਾਂਦੇ, ਬਿੱਲ ਤਾਂ ਬਣ ਹੀ ਗਿਆ, ਕਾਨੂੰਨ ਬਣ ਜਾਏਗਾ, ਉਸ ਤੋਂ ਬਾਅਦ 15 ਦਿਨ ਪਹਿਲਾਂ ਸੁਪਰੀਮ ਕੋਰਟ ਦਾ ਵਰਡਿਕਟ ਆਇਆ ਕਿ ਜੋ ਕੇਂਦਰ ਰੂਲ ਬਣਾ ਦੇਗੀ ਉਹ ਸਟੇਟ ਨਹੀਂ ਖਤਮ ਕਰ ਸਕਦੀ। ਤਾਂ ਇਹ ਲੜਾਈ ਕਿਵੇਂ, ਕੀ ਪ੍ਰੈਕਟੀਕਲੀ ਹੱਲ ਕੀ ਦੇਗੀ? ਦੇਖੋ ਪ੍ਰੈਕਟੀਕਲੀ ਹੱਲ ਇਹ ਆ, ਵੀ ਹੈਵ ਟੂ ਚੈਲੰਜ ਇਟਸ ਕਨਸਟੀਟਿਊਸ਼ਨੈਲਿਟੀ ਐਜ਼ ਵੈਲ। State Supreme Court probably has said that state cannot challenge it, but Constitution is very clear. Agriculture is a state subject. If it is a state subject, we'll go to Supreme Court. Let them constitute a constitutional bench. ਜਦੋਂ ਉਹ constitutional bench constitute ਕਰਨਗੇ, ਉਦੋਂ ਅਸੀਂ ਆਪਦੇ ਇਹ ਫੈਡਰਲ ਸਟਰਕਚਰ ਦੀ ਕਿਵੇਂ ਇਹਨਾਂ ਨੇ ਉਹਦੇ ਬੇਸਿਕ ਪ੍ਰਿੰਸੀਪਲਸ ਦੇ ਅਗੇਂਸਟ ਆ ਉਹਦੀਆਂ ਗੱਲਾਂ ਕਰਾਂਗੇ ਉੱਥੇ। ਅਗਲੀ ਗੱਲ ਆ, ਮੰਨ ਲਓ ਕਾਨੂੰਨ ਬਣ ਵੀ ਜਾਵੇ, ਫੇਰ ਵੀ ਕਿਵੇਂ ਲੜਨਾ ਉਹ ਵੀ ਰਾਹ ਸਾਡੇ ਕੋਲੇ ਹੈਗਾ, ਪਰ ਸਾਨੂੰ ਲਾਮਬੰਦ ਹੋਣਾ ਪਊਗਾ। ਅੱਛਾ, ਆਪਦੇ ਆਪ ਨੂੰ ਪ੍ਰੋਟੈਕਟ ਕਿਵੇਂ ਕਰਨਾ? ਹੁਣ ਜਿਵੇਂ ਅਮੂਲ ਆ, ਬਹੁਤ ਪ੍ਰਾਈਮ ਐਗਜ਼ਾਮਪਲ ਆ, ਉੱਥੇ ਕਿਵੇਂ ਕਿਸਾਨਾਂ ਨੇ ਇੱਕ ਕਾਰਪੋਰੇਟ ਸੁਸਾਇਟੀ ਹਨਾ, ਕੋਆਪਰੇਟ ਸੁਸਾਇਟੀ ਬਣਾ ਕੇ ਤੇ ਕਿਵੇਂ ਉਹਨੂੰ ਪ੍ਰੋਫਿਟ 'ਚ ਰੱਖਦੇ ਆ ਉਹ, ਕਿਉਂਕਿ ਕਿਸਾਨ ਕੰਟਰੋਲ ਕਰਦੇ ਆ। ਫਿਰ ਪੰਜਾਬ ਦੇ ਕਿਸਾਨਾਂ ਨੂੰ ਵੀ ਇਹ ਸਮਝਣਾ ਪਊਗਾ, ਅਮੂਲ ਮਾਡਲ ਆ ਨਾ ਜਿਹੜਾ, ਉਹ ਆ ਇੱਕ ਕੋਆਪਰੇਟਿਵ ਸੁਸਾਇਟੀਜ਼ ਬਣਾ ਕੇ 4-5-6 ਕੋਆਪਰੇਟਿਵ ਸੁਸਾਇਟੀਜ਼ ਬਣਾ ਕੇ ਅਸੀਂ ਆਪਦੇ ਆਪ ਨੂੰ ਲਾਮਬੰਦ ਕਰਕੇ ਆਪਦੇ ਹੱਕਾਂ ਨੂੰ ਕਿਵੇਂ ਪ੍ਰੋਟੈਕਟ ਕਰਨਾ ਉਹ ਕਰਾਂਗੇ ਸਭ ਕੁਝ। ਉਦੋਂ ਬਾਅਦ ਇਲਾਵਾ ਕਿ ਜਦ ਤੱਕ ਸੜਕਾਂ ਤੇ ਹੀ ਰਹੋਗੇ, ਜਦ ਤੱਕ ਕਨਸਟੀਟਿਊਸ਼ਨਲ ਨਹੀਂ ਕਰਦੀ ਅਸੀਂ ਸੜਕਾਂ ਤੇ ਆ। ਦਿੱਲੀ ਕਿਹਦੇ ਨਾਲ ਚਾਹੁੰਦੇ ਹੋ ਤੁਸੀਂ ਗੱਲ ਕਰਨਾ? ਕਿਉਂਕਿ ਉਹਦਾ ਬਿਆਨ ਕਿਸਾਨਾਂ ਨਾਲ ਕਰੇ, ਕਿਸਾਨ ਆਗੂਆਂ ਨਾਲ ਕਰੇ। ਅਸੀਂ ਤਾਂ ਕੇਂਦਰੀ ਮੰਤਰੀ ਜੋ ਖੇਤੀਬਾੜੀ ਦੇ ਨੇ ਤੋਮਰ ਕੇਂਦਰੀ ਮੰਤਰੀ ਸਿਰਫ ਮੋਹਰ ਲਾਉਂਦੇ ਆ। ਕੇਂਦਰੀ ਮੰਤਰੀ ਨੂੰ ਜੋ ਕਿਹਾ ਜਾਂਦਾ ਉਹ ਸਿਰਫ ਮੋਹਰਾਂ ਦਾ ਕੰਮ ਕਰਦੇ ਆ। ਜਿਹੜੇ ਵੀ ਮੰਤਰੀ ਆ ਉੱਥੇ 2 ਹੀ ਬੰਦਿਆਂ ਦੀ ਚੱਲਦੀ ਆ, ਉਹ ਆਪਾਂ ਨੂੰ ਪਤਾ। ਜੋ ਪੰਜਾਬ ਸਰਕਾਰ ਨਾਲ ਹੈ, ਹਿਮਾਇਤ ਕਰ ਰਹੀ ਹੈ ਕਿਸਾਨਾਂ ਦੀ ਪੰਜਾਬ ਦੇ ਅੰਦਰ, ਉਹਨੂੰ ਕਿਵੇਂ ਦੇਖੋ? ਬਾਈ ਜੀ ਆਏ ਆ ਵੀ ਪੰਜਾਬ ਸਰਕਾਰ ਜੇ ਹਮਾਇਤ ਕਰ ਰਹੀ ਹੈ, ਜੇ ਸੱਚੇ ਮਨੋਂ ਦਿਲੋਂ ਕਰ ਰਹੀ ਹੈ ਤਾਂ ਬਹੁਤ ਵਧੀਆ ਗੱਲ ਆ। ਫਿਰ ਆ ਜਾਣਾ ਇੱਥੇ CM ਸਾਹਿਬ ਆ ਕੇ ਸਾਡੇ ਨਾਲ ਬੈਠਣ,
ਕਹਿਣ ਨਹੀਂ ਮੈਂ ਪੰਜਾਬ 'ਚ ਵੜਨ ਦਿੰਦਾ, ਮੇਰੀ ਸਰਕਾਰ ਆ, ਤੁਸੀਂ ਸਾਡੇ ਕਿਸਾਨਾਂ ਨੂੰ ਤੰਗ ਕਰੋਗੇ, ਮੈਂ ਨਹੀਂ ਵੜਨ ਦਿੰਦਾ। ਇਸ ਚੀਜ਼ ਨੂੰ ਲਾਮਬੰਦ ਕਰਕੇ ਹਰਿਆਣੇ ਤੱਕ ਲੈ ਕੇ ਚੱਲੀਏ, ਰਾਜਸਥਾਨ ਤੱਕ ਲੈ ਕੇ ਚੱਲੀਏ, ਕਿਉਂਕਿ ਸ਼ੋਸ਼ਣ ਹੀ ਹੋਣਾ ਨਾ ਕਿਸਾਨਾਂ ਦਾ, ਵਰਕਰ ਕਲਾਸ ਦਾ, ਡੇਲੀ ਅਰਨਰਸ ਦਾ ਵੀ ਸ਼ੋਸ਼ਣ ਹੀ ਹੋਣਾ, ਐਕਸਪਲੋਇਟ ਕਰਨਾ ਉਹਨਾਂ ਨੂੰ। So we'll have to understand their conspiracy theories, and then accordingly what our strategy should be, how we should be united as one. These things are very important. ਅਕਾਲੀ ਦਲ ਦੀ ਇੱਕ ਆਖਰੀ ਸਵਾਲ ਹੈ, ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਜਿਹੜਾ ਹੈ, ਲੱਗਦਾ ਹੈ ਕੋਈ ਫਾਇਦਾ ਹੋਏਗਾ ਕਿਸਾਨਾਂ ਨੂੰ ਉਸਦਾ ਜਾਂ ਕੋਈ ਇੰਪੈਕਟ ਨਹੀਂ ਹੋਵੇਗਾ? ਕੋਈ ਫਾਇਦਾ ਨਹੀਂ ਹੋਊਗਾ ਜੀ, ਉਹਨਾਂ ਦੀ ਇੱਕ ਪੋਲੀਟੀਕਲ ਮਜਬੂਰੀ ਆ, ਲੋਕ ਐਂ ਦੇਖਦੇ ਆ ਉਸ ਗੱਲ ਨੂੰ। ਸੋ ਇਸ ਕਰਕੇ ਜੇ ਇਹ ਗੱਲਾਂ ਉਹਨਾਂ ਨੇ ਕਰਨੀਆਂ ਹੁੰਦੀਆਂ ਤਾਂ ਬਹੁਤ ਸਮਾਂ ਪਹਿਲਾਂ ਕਰ ਦੇਣੀਆਂ ਚਾਹੀਦੀਆਂ ਸੀ, ਪਰ ਜੇ ਹੁਣ ਵੀ ਉਹਨਾਂ ਨੇ ਜੇ ਕੋਈ ਇਸ ਗੱਲ 'ਚ ਸੁਧਾਰ ਲਿਆਉਣਾ ਚਾਹੁੰਦੇ ਆ ਤਾਂ ਫਿਰ ਆ ਜਾਣ, ਬਹਿ ਜਾਣ ਕਿਸਾਨਾਂ ਨਾਲ, ਲੋਕਾਂ ਨਾਲ, ਫਿਰ ਦਿਖਾਉਣ ਵੀ ਅਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਆਪਦੇ ਝੰਡੇ ਝੁੰਡੇ ਪਾਸੇ ਰੱਖਣ, ਨਾਰਮਲ ਤੌਰ ਤੇ ਜਿਵੇਂ ਅਸੀਂ ਬੈਠੇ ਆ ਕੇ ਬਹਿ ਜਾਓ। ਧੰਨਵਾਦ, ਬਹੁਤ ਗੱਲ ਕਰਨੀ। ਦੀਪ ਸਿੱਧੂ ਸੀਗੇ, ਤੁਸੀਂ ਸੁਣਿਆ ਕਿ ਕਿਵੇਂ ਦੋ ਗੱਲਾਂ ਨੇ ਕਿ ਜੋ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਹੈ ਉਹ ਕੇਵਲ ਤੇ ਕੇਵਲ ਪੋਲੀਟੀਕਲ ਫਾਇਦਾ ਲੈਣ ਦੀ ਕੋਸ਼ਿਸ਼ ਹੈ, ਔਰ ਨਾਲ ਹੀ ਜੇ ਪੰਜਾਬ ਸਰਕਾਰ ਹਿਮਾਇਤ ਕਰ ਰਹੀ ਹੈ ਤਾਂ ਨਾਲ ਆ ਕੇ ਬੈਠਣ। ਕੈਪਟਨ ਅਮਰਿੰਦਰ ਜੋ ਬਿਆਨ ਜਾਰੀ ਉਹਨਾਂ ਨੇ ਕੀਤੇ ਨੇ ਹਾਲਾਂਕਿ ਹਿਮਾਇਤ ਦੇ, ਉਹ ਨਾਲ ਆ ਕੇ ਬੈਠਣ ਧਰਨੇ ਤੇ। ਦੀਪ ਸਿੱਧੂ ਨੇ ਲੋਕ ਸਭਾ ਦੇ ਚੋਣਾਂ ਵੇਲੇ ਦੇਖਿਆ ਤੁਸੀਂ ਕਿ ਕਿਵੇਂ ਐਕਟਿਵ ਸੀਗੇ, ਹੁਣ ਵੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਹੱਕ ਲਈ ਵੱਖੋ ਵੱਖ ਜਥੇਬੰਦੀਆਂ ਪਾਰਟੀਆਂ ਨੂੰ ਘੇਰ ਰਹੇ ਨੇ। ਤਸਵੀਰਾਂ ਤੁਸੀਂ ਦੇਖੋ ਕਿ ਕਿਵੇਂ ਇਹ ਹਰਿਆਣੇ ਦਾ, ਪੰਜਾਬ ਹਰਿਆਣੇ ਦਾ ਸ਼ੰਭੂ ਬਾਰਡਰ ਹੈ, ਜਿੱਥੇ ਕਿ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ। ਜੋ ਫੇਸਿਸ ਨੇ ਪੰਜਾਬ ਦੇ ਜੋ ਖੜ ਰਹੇ ਨੇ ਕਿਸਾਨਾਂ ਦੇ ਨਾਲ, ਉਹਨਾਂ 'ਚ ਦੀਪ ਸਿੱਧੂ ਨੇ, ਵੱਖ-ਵੱਖ ਕਲਾਕਾਰ ਨੇ, ਕਿਸਾਨ ਆਗੂ ਨੇ, ਪੋਲੀਟੀਕਲ ਪਾਰਟੀਆਂ ਵੀ ਨੇ, ਉਹ ਕਹਿ ਰਹੀਆਂ ਨੇ ਕਿ ਅਸੀਂ ਹਿਮਾਇਤ ਜਿਹੜੀ ਹੈ ਉਹ ਕਰ ਰਹੇ ਹਾਂ। ਇੱਕ ਵਾਰ ਤਸਵੀਰ ਦੇਖੋ ਕਿ ਅੱਜ 25 ਤਰੀਕ ਨੂੰ ਐਲਾਨ ਕੀਤਾ ਗਿਆ ਸੀਗਾ ਕਿ ਪੰਜਾਬ ਬੰਦ ਐਲਾਨਿਆ ਜਾਵੇਗਾ, ਔਰ ਵੱਖੋ ਵੱਖਰੀ ਜਥੇਬੰਦੀਆਂ ਇੱਥੇ ਪੁੱਜੀ ਹੋਈ ਨੇ। ਸਵੇਰ ਦੇ ਸਮੇਂ ਹੀ ਜਿਹੜਾ ਹੈ ਪੂਰੇ ਪੰਜਾਬ ਦੇ ਅੰਦਰ 24 ਤੋਂ 26 ਤੱਕ ਜਿਹੜਾ ਹੈ ਉਹ ਟ੍ਰੇਨਾਂ ਰੋਕਣ ਦੀ ਗੱਲ ਕਹੀ ਗਈ ਸੀ। ਉਸ ਤੋਂ ਬਾਅਦ 25 ਨੂੰ ਪੰਜਾਬ ਬੰਦ ਦਾ ਸੱਦਾ ਐਲਾਨਿਆ ਗਿਆ ਸੀਗਾ। ਪੰਜਾਬ ਦੇ ਅੰਦਰ 85% ਜਿਹੜੀ ਲੈਂਡ ਹੈ ਉਹ ਐਗਰੀਕਲਚਰ ਦੇ ਬੇਸਿਸ ਹੈ, ਔਰ 40% ਪੂਰੇ ਦੇਸ਼ ਨੂੰ ਜਿਹੜੀ ਹੈ ਉਹ ਪੰਜਾਬ ਜਿਹੜਾ ਹੈ ਅੰਨਦਾਤਾ ਕਿਹਾ ਜਾਂਦਾ ਹੈ। ਪੰਜਾਬ ਹਰਿਆਣਾ ਤੋਂ ਸਭ ਤੋਂ ਜ਼ਿਆਦਾ ਜਿਹੜਾ ਹੈ ਅਨਾਜ ਉਹ ਪੂਰੇ ਦੇਸ਼ ਵਿੱਚ ਜਾਂਦਾ ਹੈ। ਤੁਸੀਂ ਦੇਖੋ ਕਿ ਪੂਰੇ ਕਿਸਾਨ ਆਗੂ ਜਿਹੜੇ ਨੇ ਔਰ ਵੱਖ-ਵੱਖ ਸੂਬੇ ਦੇ ਜਿਹੜੇ ਲੋਕ ਨੇ, ਜਥੇਬੰਦੀਆਂ ਨੇ, ਉਹ ਸੰਬੋਧਨ ਕਰ ਰਹੇ ਨੇ ਆਗੂਆਂ ਨੂੰ। ਜਿਹੜਾ ਸਾਡੇ ਕੋਲੇ ਸਾਡੀ ਜੱਦੀ ਪੁਸ਼ਤੀ ਸਾਡੇ ਜਸ ਬਾਜਵਾ ਨੇ ਜ਼ਮੀਨ ਬਣਾਈ ਹੈ ਤਾਂ ਉਹਦੇ ਤੇ ਡਾਕਾ ਹੈ, ਉਹਦਾ ਰੋਣਾ ਆਏ ਆ, ਇੱਥੇ ਮੋਤੀ ਦੀ ਮਕਾਨ ਆਏ ਆ, ਹੋਰ ਕੁਝ ਨਹੀਂ ਕਰਨਾ ਅਸੀਂ। ਤੁਸੀਂ ਤਸਵੀਰਾਂ ਵੇਖੋ ਕਿ ਮੇਰਾ ਬਾਈ ਬਣ ਕੇ ਅਸੀਂ ਕੋਈ ਬੁਲਾਰੇ ਨਹੀਂ, ਜਿਹੜੇ ਯੂਥ ਨੇ ਉਹ ਇੱਥੇ ਆ ਕੇ ਸੰਬੋਧਨ ਕਰ ਰਹੇ ਨੇ। ਇਲੈਕਸ਼ਨ ਲੜਨੀ ਹੈ ਪਰ ਇਹ ਅੰਦਰੋਂ ਦਿਲ ਤੋਂ ਡਰਦੇ ਜਸ ਬਾਜਵਾ ਜਿਹੜੇ ਅੱਜ ਆਪਣੇ ਆਪ ਨੇ ਜਿਹੜੇ ਯੂਥ ਇੱਥੇ ਪੁੱਜੇ ਨੇ ਉਹਨਾਂ ਨੂੰ ਸੰਬੋਧਨ ਕਰ ਰਹੇ ਹੈ। ਨੌਜਵਾਨ ਆਏ ਨੇ, ਸਭ ਦੇ ਨੇ। ਸੋ ਇਹ ਲੜਾਈ ਪਹਿਲੀ ਹੈ, ਆਪਾਂ ਇਹਨੂੰ ਜਿੱਤਣੀ ਹੈ, ਬਾਕੀ ਸਾਰੀਆਂ ਲੜਾਈਆਂ ਬਾਅਦ ਚੋਂ ਨੇ। ਇੱਕ ਮੰਚ ਤੇ ਇਕੱਠੇ ਹੋਣੇ। ਤੁਸੀਂ ਤਸਵੀਰਾਂ ਵੇਖੋ ਕਿ ਕਿਵੇਂ ਜੋ ਹੈ ਉਹ ਸੰਬੋਧਨ ਕੀਤਾ ਜਾ ਰਿਹਾ ਹੈ। ਪਰਲੇ ਪਾਸੇ ਸੜਕ ਤੇ ਖੜਾਏ ਨੇ, ਇਹਨੂੰ ਵਿਧਾਨ ਸਭਾ ਦੇ ਵਿੱਚ ਵਾਰ ਦਈਏ ਜਾ ਕੇ, ਫੇਰ ਪਤਾ ਲੱਗਣਾ ਹੈ ਗੱਲਬਾਤ ਕਰਨੇ ਦੀ। ਸਾਰੇ ਚੱਲਦੇ ਨੇ ਉੱਥੇ। ਇਹ ਪ੍ਰਸ਼ਾਸਨ ਵਾਲੇ ਵੀ ਸਾਡੀ ਭਰਾ ਨੇ ਕਿੱਥੇ ਮਨਜੀਤ ਜੀ ਸੁਣਦੇ ਹੋਏ ਡਾਂਗ ਮਾਰਨ ਲੱਗੇ ਕਿਸੇ ਦੇ। ਮਨਜੀਤ ਜੀ ਨਾਲ, ਮਨਜੀਤ ਜੀ ਕਿਵੇਂ ਦੇਖ ਰਹੇ ਹੋ ਇੱਥੇ ਯੂਥ ਸਭ ਤੋਂ ਜ਼ਿਆਦਾ ਆਇਆ, ਕਮੀ ਯੂਥ ਦੀ ਮਹਿਸੂਸ ਹੁੰਦੀ? ਬਹੁਤ ਸਾਰੇ ਸਿੰਗਰ, ਬਹੁਤ ਸਾਰੇ ਨੌਜਵਾਨ, ਸਟੂਡੈਂਟ, ਟੀਚਰ, ਬਹੁਤ ਸਾਰੇ ਕਿਸਾਨ, ਮਜ਼ਦੂਰ, ਹਰ ਤਬਕਾ ਇੱਥੇ ਪਹੁੰਚਿਆ। ਜੋਸ਼ ਠਾਠਾ ਮਾਰ ਰਿਹਾ ਇਸ ਵੇਲੇ, ਔਰ ਮੈਨੂੰ ਲੱਗਦਾ ਆ ਕਿ ਅੱਜ ਜੋ ਧੱਕੇ ਦੇ ਨਾਲ ਕਾਨੂੰਨ ਪਾਰਲੀਮੈਂਟ ਦੇ ਅੰਦਰ ਤਾਂ ਪਾਸ ਕਰ ਲਏ, ਪਰ ਇਹਨਾਂ ਲੋਕਾਂ ਨੇ ਫੇਲ ਕਰਕੇ ਰੱਖ ਦਿੱਤੇ। ਅੱਜ ਇਹ ਕਾਨੂੰਨ ਹੁਣ ਲਾਗੂ ਨਹੀਂ ਹੋਣਗੇ। ਇਹ ਕਾਨੂੰਨਾਂ ਨੂੰ ਹੁਣ ਲਾਗੂ ਕਰਨਾ ਇਸ ਸਟੇਜ ਦੇ ਉੱਤੇ ਬੜਾ ਮੁਸ਼ਕਲ ਹੋ ਜਾਊਗਾ, ਕਿਉਂਕਿ ਲੋਕ ਆਵਾਜ਼ ਜਿੰਨੀ ਬੁਲੰਦੀ ਦੇ ਵਿੱਚ ਅੱਜ ਜਾ ਰਹੀ ਹੈ। ਤੁਸੀਂ ਦੇਖੋ ਕਿੰਨਾ 1 ਕਿਲੋਮੀਟਰ ਲੰਬਾ ਇਸ ਸੜਕ ਦੇ ਉੱਤੇ ਧੁੱਪ ਦੇ ਵਿੱਚ ਬੈਠੇ ਹੋਏ ਨੌਜਵਾਨ ਇੰਨੇ ਵੱਡੇ ਪੱਧਰ ਦੇ ਉੱਤੇ ਆ, ਤਾਂ ਮੈਨੂੰ ਲੱਗਦਾ ਕਿ ਜਿਹੜਾ ਮੋਦੀ ਜੀ ਨੂੰ ਆਪਣਾ ਸਟੈਂਡ ਜਿਹੜਾ ਪਿੱਛੇ ਲੈਣਾ ਪਊ। ਪੋਲੀਟੀਕਲ ਪਾਰਟੀਆਂ ਦੀ ਜੋ ਸਿਆਸਤ ਹੋ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ? ਅਕਾਲੀ ਦਲ ਨੇ ਪੰਜਾਬ ਬੰਦ ਦਾ ਐਲਾਨ ਕੀਤਾ, ਉਰੇ ਦੀਪ ਸਿੱਧੂ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਉਰੇ ਆਣ। ਨਹੀਂ, ਬਿਲਕੁਲ ਪੰਜਾਬ ਦੀ ਸਿਆਸਤ ਹੈ। ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈਗਾ, ਉਹ ਤਾਂ ਸਾਫ਼ ਹੈ ਕਿ ਕਾਂਗਰਸ ਨੇ ਹੀ ਇਹ ਏਜੰਡੇ ਦਿੱਤੇ ਸੀਗੇ, ਪਰ ਹੁਣ ਜਿਹੜਾ ਆ ਅਕਾਲੀ ਦਲ ਕਿਉਂਕਿ ਵਾਪਸ ਆ ਗਿਆ, ਉਹ ਤੇ ਲੱਗੇ ਹੋਏ ਆ। ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਰਾਜਨੀਤਿਕ ਪਾਰਟੀਆਂ ਦਾ ਠੀਕ ਹੈ। ਜਸ ਬਾਜਵਾ ਜੀ ਯੂਥ ਤੁਹਾਡੇ ਨਾਲ ਹੈ, ਕਿਵੇਂ ਦੇਖਦੇ ਹੋ ਯੂਥ ਨੂੰ? ਕੀ ਤੁਸੀਂ ਸਾਰਾ ਕੁਝ ਬਾਈ ਜੀ ਸੁਣ ਹੀ ਲਿਆ, ਅਸੀਂ ਅੰਦਰੋਂ ਭਰੇ ਹੋਏ ਆ, ਸਾਨੂੰ ਕੁਝ ਨਹੀਂ ਸਮਝ ਆ ਰਿਹਾ ਹੈਗਾ। ਸਾਡੀ ਹੋਂਦ ਤੇ ਡਾਕਾ ਮਾਰਿਆ, ਸਾਡੀ ਹੋਂਦ ਤੇ
ਕੱਲੇ ਕੱਲੇ ਨੌਜਵਾਨ ਦੀ ਇਹ ਦਰਦ ਹੈ। ਮੈਂ ਅੱਜ ਘਰੋਂ ਆਇਆ, ਮੇਰੀ ਮਾਂ ਨੇ ਕਿਹਾ ਤੂੰ ਮੈਨੂੰ ਨਾਲ ਲੈ ਕੇ ਚੱਲ, 85 ਸਾਲ ਉਹਦੀ ਉਮਰ ਹੈ। ਸਾਡੀਆਂ ਭੈਣਾਂ ਸਾਡੇ ਵਿਚਕਾਰ ਬੈਠੀਆਂ ਨੇ, ਸਾਡੀਆਂ ਮਾਵਾਂ ਵੀ ਆਉਣਗੀਆਂ। ਇਹ ਹੱਕ ਅਸੀਂ ਲੈ ਕੇ ਰਹਾਂਗੇ। ਪੰਜਾਬ ਕੋਲੇ ਜ਼ਮੀਨ ਤੋਂ ਬਿਨਾ, ਕਿਸਾਨੀ ਤੋਂ ਬਿਨਾ, ਕਿਸਾਨੀ ਨੂੰ ਵੀ ਅੱਜ ਤੱਕ ਮੈਂ ਕਹਿੰਦਾ ਸੈਂਟਰ ਦੀ ਸਰਕਾਰ ਨੇ ਦਿੱਤਾ ਕੱਖ ਨਹੀਂ। ਜੋ ਅਸੀਂ ਆਪਦਾ ਬੀਜ ਕੇ ਵੱਟ ਕੇ ਖਾਂਦੇ ਆ, ਸਾਨੂੰ ਉਹ ਖਾ ਲੈਣ ਦਿਓ। ਸਾਨੂੰ ਤੁਹਾਡੇ ਵਜੀਫਿਆਂ ਦੇ, ਸਾਨੂੰ ਤੁਹਾਡੀਆਂ ਸਬਸਿਡੀਆਂ ਦੀ ਲੋੜ ਨਹੀਂ। ਸਾਨੂੰ ਜੇ ਤੁਸੀਂ ਕੁਝ ਦੇ ਨਹੀਂ ਸਕਦੇ ਤਾਂ ਤੁਹਾਨੂੰ ਇਹ ਹੱਕ ਨਹੀਂ ਤੁਸੀਂ ਸਾਡੇ ਤੋਂ ਕੁਝ ਖੋਵੋ। ਅੱਜ ਤੱਕ ਦੀਆਂ ਇਤਿਹਾਸ ਵਿੱਚ ਜਿੰਨੀਆਂ ਗਵਰਨਮੈਂਟਾਂ ਆਈਆਂ ਨੇ, ਐਡਾ ਡਾਕਾ ਨਹੀਂ ਕਿਸੇ ਨੇ ਮਾਰਿਆ। ਯੂਥ ਨਾਲ ਹੈ। ਇਸ ਵਾਰ ਪਹਿਲੀ ਵਾਰ ਹੋਇਆ ਕਿ ਕਿਸੇ ਅੰਦੋਲਨ ਦੇ ਅੰਦਰ ਯੂਥ ਬਿਲਕੁਲ ਬਾਹਰ ਮੋਢੇ ਨਾਲ ਮੋਢਾ ਜੋੜ ਕੇ, ਬਾਪੂ ਵੀ ਆ ਰਿਹਾ, ਦਾਦਾ ਵੀ ਆ ਰਿਹਾ, ਪੋਤਾ ਵੀ ਆ ਰਿਹਾ, ਤਿੰਨੇ ਜਿਹੜੇ ਪੀੜ੍ਹੀਆਂ ਉਹ ਨਾਲ ਹੈ। ਬੱਚੇ ਵੀ ਆਉਣਗੇ, ਭੈਣਾਂ ਵੀ ਆਉਣਗੀਆਂ, ਮਾਵਾਂ ਵੀ ਆਉਣਗੀਆਂ। ਅੱਜ ਤੱਕ ਇਹ ਕਿਹਾ ਗਿਆ ਹੈ ਕਿ ਡਾਂਗਾਂ ਖਾਣ ਵਾਸਤੇ ਸਾਡੇ ਬਜ਼ੁਰਗਾਂ ਨੂੰ ਕਿਸਾਨ ਯੂਨੀਅਨ ਦੀਆਂ ਗੱਲਾਂ ਕਿਤੇ ਸਰਕਾਰ ਨੇ ਸੁਣੀਆਂ ਨਹੀਂ। ਅੱਜ ਉਹੀ ਕਿਸਾਨ ਯੂਨੀਅਨਾਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਆਪਣੇ ਹੱਕ ਲੈਣ ਆਈਆਂ ਨੇ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਨੌਜਵਾਨ, ਤੁਸੀਂ ਕੈਮਰਾ ਘੁਮਾ ਕੇ ਦੇਖ ਲਓ, ਅੱਜ ਨੌਜਵਾਨ ਏਕਾ ਕਰਕੇ ਅਵੇਅਰ ਹੋ ਕੇ ਸਾਡੇ ਨਾਲ ਨਿਕਲੇ ਨੇ। ਤੇ ਅਸੀਂ ਜਦ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਲੈ ਕੇ ਰਹਾਂਗੇ, ਜਦ ਤੱਕ ਸਾਨੂੰ ਕੋਈ ਸਿਆਣਾ ਆਗੂ ਨਹੀਂ ਮਿਲਦਾ। ਅਸੀਂ ਇਹ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਜ਼ਰੀਏ, ਸਾਨੂੰ ਕੋਈ ਸਿਆਣਾ ਐਜੂਕੇਟਡ ਆਗੂ ਮਿਲੇ। ਕਿਉਂਕਿ ਜਿਹੜੀ ਕੌਮ ਦੀ ਅਗਵਾਈ ਕੋਈ ਸੂਝਵਾਨ ਲੀਡਰ ਕਰ ਗਿਆ, ਉਹ ਕੌਮ ਤਰ ਜਾਂਦੀ ਹੈ, ਉਹ ਸੰਘਰਸ਼ ਤਰ ਜਾਂਦੇ ਨੇ। ਅੱਜ ਇੱਕ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਦੇ ਸੜਕਾਂ ਤੇ ਭਟਕ ਰਹੀ ਨੌਜਵਾਨੀ ਦੇ ਮੂਹਰੇ ਲੱਗੇ ਤੇ ਇੱਕ ਝੰਡੇ ਥੱਲੇ ਇਕੱਠਾ ਕਰੇ। ਅੱਜ ਦੀ ਡੇਟ 'ਚ ਮੈਨੂੰ ਸਰਦਾਰ ਨਵਜੋਤ ਸਿੰਘ ਸਿੱਧੂ ਬਿਨਾ ਪੰਜਾਬ 'ਚ ਹੋਰ ਕੋਈ ਮੈਨੂੰ ਨਹੀਂ। ਸਾਰੀਆਂ ਪਾਰਟੀਆਂ ਚੰਗੀਆਂ ਨੇ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਯੂਥ ਲੀਡਰ ਮੰਨਦੇ ਹੋ ਤੁਸੀਂ ਨਵਜੋਤ ਸਿੰਘ ਸਿੱਧੂ? ਮੈਂ ਬਿਲਕੁਲ, ਮੈਂ ਬੇਨਤੀ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਸਿੱਧੂ ਸਾਹਿਬ ਨੂੰ, ਜੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਦੀ ਹੈ, ਅੱਜ ਪੰਜਾਬ ਦੀ ਜਵਾਨੀ ਦੇ ਮੂਹਰੇ ਲੱਗੋ ਸਰ। ਅੱਜ ਲੋੜ ਹੈ, ਅੱਜ ਇਤਿਹਾਸ ਤੁਹਾਨੂੰ ਯਾਦ ਰੱਖੂਗਾ। ਜੇ ਤੁਸੀਂ ਅੱਜ ਪੰਜਾਬ ਦੇ ਨੌਜਵਾਨਾਂ ਨਾਲ, ਪੰਜਾਬ ਦੇ ਕਿਸਾਨਾਂ ਨਾਲ ਖੜ ਗਏ ਤਾਂ ਅਸੀਂ ਇਹ ਮੋਰਚਾ ਅੜ ਕੇ ਫਤਿਹ ਕਰਾਂਗੇ। ਉਦੋਂ ਤੱਕ ਸੜਕਾਂ ਤੇ ਰਹੋਗੇ ਕਿਉਂਕਿ ਤੁਹਾਡੇ ਨਾਲ ਯੂਥ ਹੈ। ਦੀਪ ਸਿੱਧੂ ਇੱਥੇ ਪੁੱਜੇ ਹੋਏ ਨੇ, ਵੱਖ-ਵੱਖ ਜਗ੍ਹਾ ਤੇ ਮੂਸੇਵਾਲਾ, ਗਿੱਪੀ ਗਰੇਵਾਲ, ਹਰੇਕ ਕੋਈ ਕਿਸਾਨਾਂ ਦੇ ਹੱਕ 'ਚ ਹੈ। ਤਾਂ ਇਹਦੇ ਵਿੱਚ ਕਿਆ ਸਭ ਤੋਂ ਪਹਿਲਾ ਸੰਦੇਸ਼ ਹੈ ਜੋ ਯੂਥ ਹੈ ਕਿ ਕਿਆ ਸੜਕਾਂ ਤੇ ਹੀ ਰਹਿਣਗੇ ਜਦ ਤੱਕ ਡਾਂਗਾ ਮਾਰ ਕੇ ਸਾਨੂੰ ਮਾਰ ਨਹੀਂ ਦਿੰਦੇ, ਖੂਨ ਦਾ ਇੱਕ ਇੱਕ ਕਤਰਾ ਜਦ ਤੱਕ ਸਾਡੇ ਸਰੀਰ 'ਚ ਹੈ, ਉਦੋਂ ਤੱਕ ਸੜਕਾਂ ਤੇ ਰਹਾਂਗੇ। ਜੇ ਸਾਡੇ ਕੋਲ ਖੇਤੀ ਨਾ ਰਹੀ, ਮਰਦਾ ਅਸੀਂ ਤਾਂ ਵੀ ਗਏ। ਫਿਰ ਫੋਕੀ ਟੌਰ 'ਚ ਜਿਉਂ ਕੇ ਲੈਣਾ ਕੀ ਹੈ, ਤਾਂ ਅਸੀਂ ਸੜਕਾਂ ਤੇ ਰਹਾਂਗੇ ਜਦ ਤੱਕ। ਗਾਣਿਆਂ ਦਾ ਵੀ ਜਦ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜੱਟ ਜਾਂ ਜ਼ਮੀਨ ਦੀ ਗੱਲ ਹੁੰਦੀ ਹੈ। ਤੁਹਾਡੇ ਗਾਣੇ ਵੀ ਅਜੇ ਸੀਗੇ ਕਿ ਜਿਹਨਾਂ 'ਚ ਜੱਟਾਂ ਦੀ ਜਾਂ ਜ਼ਮੀਨ ਦੀ ਗੱਲ ਹੁੰਦੀ ਹੈ। ਕੋਈ ਸੰਬੋਧਨ ਕਰਦੇ ਵੇਲੇ ਤੁਸੀਂ ਦੋ ਸ਼ਬਦ ਸੁਣਾਏ। ਜੇ ਜੱਟਾਂ ਦੀ ਗੱਲ ਹੈ, ਜੇ ਜ਼ਮੀਨਾਂ ਦੀ ਗੱਲ ਹੈ, ਗਾਣਿਆਂ 'ਚ ਕਲਾਕਾਰਾਂ ਵੱਲੋਂ ਕੀਤੀ ਜਾਂਦੀ ਹੈ, ਤਾਂ ਉਹੀ ਕਲਾਕਾਰ ਅੱਜ ਜੱਟਾਂ ਨਾਲ ਆ ਕੇ ਖੜ ਗਏ, ਪਹਿਲ ਦੇ ਆਧਾਰ ਤੇ ਆ ਕੇ ਖੜੇ ਨੇ। ਜਿੰਨੇ ਵੀ ਗਾਉਣੇ ਵਾਲਿਆਂ ਨੇ ਜੱਟਾਂ ਦੀ ਗੱਲ ਕੀਤੀ ਆ, ਅੱਜ ਕੱਲੇ ਗਾਉਣੇ ਵਾਲੇ ਦਾ ਇਹ ਗੀਤ ਆਇਆ ਇਸ ਬਿੱਲਾਂ ਦੇ ਵਿਰੁੱਧ। ਇਸ ਜੋ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ, ਕੱਲੀ ਇੰਡਸਟਰੀ ਦੇ ਗਾਉਣੇ ਵਾਲੇ ਨੇ, ਚਾਹੇ ਉਹ ਟਵਿੱਟਰ ਤੇ ਚਾਹੇ ਉਹ ਪੋਸਟਾਂ ਪਾ ਕੇ ਇਸ ਬਿੱਲ ਦਾ ਵਿਰੋਧ ਕੀਤਾ ਤੇ ਕਰਦੇ ਰਹਾਂਗੇ। ਜੇ ਕਾਨੂੰਨ ਬਣ ਜਾਏਗਾ ਫਿਰ ਅੱਗੇ ਕਿਵੇਂ ਵਿਰੋਧ ਕਰਾਂਗੇ? ਕੇਵਲ ਸਿਗਨੇਚਰ ਹੋਣੇ ਬਾਕੀ। ਕਾਨੂੰਨ, ਮੈਂ ਕਹਿੰਦਾ ਕਾਨੂੰਨ ਕਿਹਦੇ ਵਾਸਤੇ ਬਣਦੇ ਨੇ? ਲੋਕਤੰਤਰ ਹੈ, ਕਾਨੂੰਨ ਬਣਦੇ ਨੇ ਪ੍ਰਜਾ ਵਾਸਤੇ। ਤਾਂ ਜੇ ਉਹ ਕਾਨੂੰਨ ਸਾਨੂੰ ਪਸੰਦ ਨਹੀਂ, ਕਾਨੂੰਨ ਬਣਾਉਣ ਤੋਂ ਪਹਿਲਾਂ ਸਾਡੀ ਰਾਏ ਲੈਣੀ ਜ਼ਰੂਰੀ ਨਹੀਂ ਸਮਝੀ ਮੋਦੀ ਸਰਕਾਰ ਨੇ। ਇਹ ਕਾਨੂੰਨ ਬਣਾਏ ਨਹੀਂ ਗਏ, ਇਹ ਥੋਪੇ ਗਏ ਨੇ, ਤਾਂ ਕਾਨੂੰਨ ਭੰਗ ਹੋ ਜਾਣਗੇ। ਔਰ ਇਹ ਅਬਦਾਲੀ ਵਰਗੇ ਮੋੜ ਤੇ ਕੋਈ ਚੀਜ਼ਾਂ ਨਹੀਂ ਹੈਗੀਆਂ, ਇਹ ਕੋਈ ਵੱਡੇ ਮਸਲੇ ਨਹੀਂ ਹੈਗੇ। ਜਦੋਂ ਇੱਥੋਂ ਬਾਈਕਾਟ ਕਰਤਾ, ਪੰਜਾਬ ਹਰਿਆਣਾ ਮੁੱਦਾ ਸੇਮ ਹੀ ਹੈ। ਮੈਂ ਬਾਰ-ਬਾਰ ਕਹਿਣਾ, ਏਕਾ ਕਰੀਏ, ਅੱਡ ਹੋ ਕੇ ਨਾ ਚੱਲੀਏ। ਚਾਚੇ ਤਾਇਆਂ ਦੇ ਪੁੱਤ ਨੇ, ਬਾਕੀ ਸਾਡੇ ਪੰਜਾਬ ਤੇ ਹਰਿਆਣੇ ਦੇ ਜਿੱਡੇ ਮਰਜ਼ੀ ਮਸਲੇ ਨੇ, ਪਰ ਜਦੋਂ ਸਾਡੇ ਕੋਲ ਖੇਤ ਰਹੇ ਨਾ, ਤਾਂ ਫਿਰ ਨਾ ਹਰਿਆਣਾ ਕੁਝ ਕਰ ਸਕਦਾ, ਨਾ ਪੰਜਾਬ ਕੁਛ। ਸਿਆਸਤ ਹੋ ਰਹੀ ਹੈ, ਸਿਆਸਤੀ ਲੋਕ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਿੰਗਰਾਂ ਦੇ ਤਰੀਕੇ ਤੇ, ਯੂਥ ਦੇ ਤਰੀਕੇ ਤੇ ਫਾਇਦਾ ਲੈ ਲਿਆ ਜਾਵੇ ਕਿਉਂਕਿ ਬਾਈ ਵੀ ਨੇੜੇ ਹੈ। ਨਹੀਂ, ਸਾਡੇ ਧਰਨਿਆਂ 'ਚ ਕੋਈ ਸਿਆਸਤ ਨਹੀਂ, ਸਾਡੇ ਤੁਹਾਡੇ ਨਹੀਂ, ਪਰ ਇਸ ਮੁੱਦੇ ਤੇ ਹੋ ਰਹੀ ਹੈ ਕਿ ਅਸੀਂ ਨਾਲ ਹੈ ਕਿਸਾਨ। ਨਹੀਂ, ਕੋਈ ਸਿਆਸਤ ਨਹੀਂ। ਅਸੀਂ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਹਾਂ, ਨੌਜਵਾਨ ਸਾਡੇ ਨਾਲ ਨੇ। ਸਿਆਸਤਾਂ ਵੀ ਪੰਜਾਬ ਦੇ ਲੋਕਾਂ ਦੀ ਕਰਨਗੇ ਨਾ, ਜੇ ਦੁਨੀਆ ਰਹੂਗੀ, ਜੇ ਜ਼ਿਮੀਂਦਾਰ ਜਿਉਂਦੇ ਰਹਿਣਗੇ, ਜੇ ਜ਼ਮੀਨ ਹੀ ਨਾ ਰਹੀ ਤਾਂ ਫਿਰ ਪਿੱਛੇ ਰਹਿ ਕੀ ਜਾਊਗਾ? ਸਿਆਸਤਾਂ ਕਦੇ ਦੋ ਸ਼ਬਦ ਗਾਣੇ ਰਾਹੀਂ ਜੇ ਤੁਸੀਂ ਜੱਟਾਂ ਨੂੰ ਕਹਿਣਾ ਇਹ ਵਕਤ ਨਹੀਂ, ਇਹ ਦਿਲ ਭਰਿਆ ਹੋਇਆ ਗਾਣਾ ਨਹੀਂ। ਇਹ ਤੁਸੀਂ ਦੇਖ ਹੀ ਲਿਆ ਹਜੂਮ ਜਿਹੜਾ ਇਕੱਠਾ ਹੋਇਆ। ਇਹ ਜਿਹੜੇ ਜੱਟ ਆਪਣੇ ਖੇਤਾਂ ਨੂੰ ਬਾਹਰ ਨੇ ਜਾਂ ਖੇਤਾਂ ਤੋਂ ਉੱਠ ਕੇ ਨੇ, ਉਹਨਾਂ ਨੂੰ ਕੋਈ ਸੰਦੇਸ਼, ਕੋਈ ਸ਼ਬਦ ਰਾਹੀਂ ਕਿਸੇ ਉਸ ਤੇ ਰਾਹੀਂ ਮੈਂ ਇਹ ਗੱਲ ਕਹੂੰਗਾ ਵੀ ਮਰ ਜਾਾਂਗੇ। ਜ਼ਮੀਨ ਜੱਟ ਦੀ ਮਾਂ ਹੈ। ਜ਼ਮੀਨ ਜੇ ਕੋਈ ਵੱਟ ਬਾਹ ਲਵੇ ਨਾ, ਤਾਂ ਜ਼ਿਮੀਂਦਾਰ ਬੰਦਾ ਮਾਰ ਦਿੰਦੇ ਨੇ। 12 ਬੋਰ ਹਰੇਕ ਜ਼ਿਮੀਂਦਾਰ ਦੇ ਘਰੇ ਪਈ ਆ, ਫੈਰ ਮਾਰਦਾ ਲਿਆ ਕੇ। ਜਦ ਤੱਕ ਸਾਡੇ ਹੱਕ, ਇਹ ਨਹੀਂ ਅਸੀਂ ਕਹਿੰਦੇ ਵੀ MSP ਲਾਗੂ ਕਰਾ ਦਿਓ, ਆਹ ਕਰਾ ਦਿਓ, ਆਹ ਕਰਾ ਦਿਓ। ਟੋਟਲ ਬਾਈਕਾਟ ਇਹਨਾਂ ਬਿੱਲਾਂ ਦਾ, ਟੋਟਲ ਬਾਈਕਾਟ। ਸਾਨੂੰ ਇਹਨਾਂ ਚੋਂ ਇੱਕ ਵੀ ਬਿੱਲ ਨਹੀਂ ਚਾਹੀਦਾ। ਇਹ ਬਾਈਕਾਟ ਕਰਾਂਗੇ ਤੇ ਆਪਣੇ ਹੱਕ ਲੈ ਕੇ ਰਹਾਂਗੇ। ਜਸ ਬਾਜਵਾ ਸੀਗੇ। ਤੁਸੀਂ ਤਸਵੀਰਾਂ ਵੇਖੋ ਕਿ ਕਿਵੇਂ ਜਿਹੜੇ ਲੋਕ ਨੇ ਉਹ ਹਲੇ ਵੀ ਬੈਠੇ ਹੋਏ ਨੇ ਧਰਨੇ ਤੇ।
ਗੱਲਬਾਤ ਕੀਤੀ ਹੈ ਦੀਪ ਸਿੱਧੂ, ਜਸ ਬਾਜਵਾ, ਜਿਹੜੇ ਫੇਸਿਸ ਨੇ ਪੰਜਾਬ ਦੇ, ਯੂਥ ਫੇਸ ਨੇ ਜਿਨ੍ਹਾਂ ਨਾਲ ਯੂਥ ਤੁਰਦਾ ਹੈ, ਉਹ ਇੱਥੇ ਪੁੱਜੇ ਹੋਏ ਨੇ। ਹਾਲਾਂਕਿ ਗੰਭੀਰਤਾ ਕਿਤੇ ਨਾ ਕਿਤੇ ਵੇਖੀ ਜਾ ਰਹੀ ਹੈ ਕਿ ਇਹ ਵਕਤ ਹੈ ਜੱਟ ਤੇ ਜ਼ਮੀਨ ਨਾਲ। ਇਹ ਅੱਜ ਤੋਂ ਸੈਂਕੜੇ ਵਰੇ ਪਹਿਲਾਂ ਸਨ 1598 ਤੁਸੀਂ ਦੇਖੋ ਕਿ ਕਿਵੇਂ ਲੋਕ ਜਿਹੜੇ ਆ ਉਹ ਇਕੱਠੇ ਹੋਏ ਨੇ, ਵੱਖ-ਵੱਖ ਜਥੇਬੰਦੀਆਂ। ਤੁਸੀਂ ਦੇਖੋ ਤਸਵੀਰਾਂ ਰਾਹੀਂ ਕਿ ਕਿਵੇਂ ਪੰਜਾਬ ਦੀ ਵੱਖ-ਵੱਖ ਕਿਸਾਨੀ ਜਥੇਬੰਦੀਆਂ, ਯੂਥ ਮੋਰਚੇ ਇੱਥੇ ਪਹੁੰਚੇ ਹੋਏ ਨੇ। ਪਹਿਲੀ ਵਾਰ ਹੈ ਪੰਜਾਬ ਦੇ ਅੰਦਰ ਕਿ ਲੰਮੇ ਸਮੇਂ ਬਾਅਦ ਯੂਥ ਨੇ ਮੋਢੇ ਨਾਲ ਮੋਢਾ ਜੋੜਿਆ ਹੈ। ਤਿੰਨੇ ਪੀੜ੍ਹੀਆਂ, ਚਾਹੇ ਦਾਦਾ ਹੈ, ਬਾਪੂ ਹੈ, ਚਾਹੇ ਪੋਤਾ ਹੈ, ਉਹ ਤਿੰਨੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਨੇ। ਕੈਮਰਾਮੈਨ ਸੂਰਜ ਦੇ ਨਾਲ ਅਮਨ ਭਾਰਦਵਾਜ, ਜਗਬਾਣੀ, ਸ਼ੰਭੂ ਬਾਰਡਰ, ਪੰਜਾਬ।